ਤਵੈ ਸਰਬ ਨਾਮ ਕਥੈ ਕਵਨਾ। ਕਰਮ ਨਾਮ ਬਰਨਤ ਸੁਮਤ। ਜਬ ਲਉ ਨਹੀਂ ਭਾਗ ਲਿਲਾਰ ਉਦੈ। ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹੈ ਮਥੁਰਾ। ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਆਪੀ ਨੇ ਆਪ ਸਾਜਿਓ ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਸਭ ਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਬੈ ਚੰਦੋਆ। ਉਗਵਣਹੁ ਤੈ ਆਥ ਬਣੋ ਚਹੁ ਚੱਕੀ ਕੀ ਅਨਲੋਆ। ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ। ਦੂਣੀ ਚਾਉਣੀ ਕਰਾਮਾਤ ਸੱਚੇ ਦਾ ਸੱਚਾ ਟੋਆ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲਗੈ ਹਰ ਨਹੁ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਪਾਵਨ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਪਾਵਨ ਪਵਿੱਤਰ ਗੁਰਬਾਣੀ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਪਾਵਨ ਪਵਿੱਤਰ
ਹਾੜ ਦੇ ਮਹੀਨੇ ਦੀ ਸੰਕਰਾਂਦ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਇਸ ਮਹੀਨੇ ਦੁਆਰਾ ਬਖਸ਼ਿਸ਼ ਕੀਤੀ ਹੈ। ਆਓ ਪ੍ਰੇਮ ਦੇ ਨਾਲ ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਲਈ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲਗੈ, ਹਰ ਨਾਹੋ ਨਜ ਨਾ ਪਾਸ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ 12 ਮਾਹ ਦੇ ਅੰਦਰ ਸਤਿਗੁਰੂ ਹਾੜ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਸਾੜ ਤਪੰਦਾ ਤਿਸ ਲਗੈ, ਜਦੋਂ ਵੀ ਹਾੜ ਦਾ ਮਹੀਨਾ ਚੜ੍ਹਦਾ ਬੜੀ ਲੂੰ ਪੈਂਦੀ, ਤਪਸ਼ ਪੈਂਦੀ ਹੈ, ਗਰਮੀ ਪੈਂਦੀ ਹੈ। ਮਨੁੱਖ ਆਪਣੀ ਤਪਸ਼ ਦੀ ਨਿਵਰਤੀ ਕਰਨ ਵਾਸਤੇ ਕਈ ਪ੍ਰਕਾਰ ਦੇ ਸਾਧਨ ਜਟਾਉਂਦਾ ਹੈ ਤਾਂ ਕਿ ਮੇਰੇ ਤਨ ਦੀ ਜਿਹੜੀ ਤਪਸ਼ ਹੈ ਇਸ ਦੀ ਨਿਵਰਤੀ ਹੋ ਸਕੇ। ਸੁਭਾਵਕ ਹੈ ਕਿ ਆਕਾਸ਼ ਮੰਡਲ ਦੇ ਅੰਦਰ ਗ੍ਰਹਿਾਂ ਦੀ ਗਰਦਸ਼ ਦੇ ਨਾਲ ਤਪਸ਼ ਪੈਦਾ ਹੁੰਦੀ ਹੈ। ਮਨੁੱਖ ਦਾ ਜਿਹੜਾ ਮਾਨਸਿਕ ਮੰਡਲ ਹੈ, ਇਹ ਮਾਨਸਿਕ ਮੰਡਲ ਵੀ ਕਰੀਬਨ ਕੁਝ ਐਸਾ ਹੀ ਹੈ। ਕਾਮਨਾਵਾਂ ਔਰ ਵਾਸ਼ਨਾਵਾਂ ਦੀ ਗਰਦਸ਼ ਕਰਕੇ ਇਸ ਮਾਨਸਿਕ ਮੰਡਲ ਦੇ ਅੰਦਰ ਵੀ ਮਨੁੱਖ ਦੇ ਵਿੱਚ ਤਪਸ਼ ਪੈਦਾ ਹੁੰਦੀ ਹੈ, ਜਿਸ ਤਪਸ਼ ਤੋਂ ਮਨੁੱਖ ਹਮੇਸ਼ਾ ਦੁਖੀ ਰਹਿੰਦਾ ਹੈ। ਕਦੇ ਕਾਮਨਾਵਾਂ ਦੀ, ਵਾਸ਼ਨਾਵਾਂ ਦੀ ਤਪਸ਼ ਹੈ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਲੋਭ, ਕਿਤੇ ਮੋਹ, ਕਿਤੇ ਹੰਕਾਰ। ਸਰੀਰਕ ਤਪਸ਼ ਨੂੰ ਮਿਟਾਉਣ ਦੇ ਲਈ ਮਨੁੱਖ ਨੇ ਬੜੇ ਯਤਨ ਕੀਤੇ ਹਨ, ਪਰ ਮਨ ਦੀ ਤਪਸ਼ ਮਿਟਾਉਣ ਵਾਸਤੇ ਇਹਨੇ ਕੋਈ ਵੀ ਯਤਨ ਨਹੀਂ ਕੀਤਾ। ਤਨ ਦੀ ਤਪਸ਼ ਤਾਂ ਮਿਟਾ ਲਈ, ਪਰ ਮਨ ਦੀ ਨਹੀਂ ਮਿਟਾ ਸਕਿਆ। ਤਨ ਦੀ ਤਪਸ਼ ਮਿਟਾ ਕੇ ਫਿਰ ਵੀ ਅੰਦਰੋਂ ਦੁਖੀ ਦਾ ਹੀ ਦੁਖੀ ਹੈ। ਜਗਤ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਸ ਜੀਵ ਦਾ ਜਿਹੜਾ ਹਿਰਦਾ ਹੈ ਇਹ ਤਪਦਾ ਹੈ, ਬਾਰ-ਬਾਰ ਵਿਸ਼ੇ ਵਿਕਾਰਾਂ ਵਿੱਚ, ਕਾਮਨਾਵਾਂ ਵਿੱਚ, ਵਾਸ਼ਨਾਵਾਂ ਵਿੱਚ ਤਪਦਾ ਹੈ। ਜਿਤਨਾ ਜ਼ਿਆਦਾ ਹਿਰਦਾ ਤਪਦਾ ਹੈ, ਵਿਕਾਰਾਂ ਵਿੱਚ ਖਪਦਾ ਹੈ, ਬਿਲਕਦਾ ਹੈ, ਤੇ ਬਿਲਕਦਾ ਵੀ ਇਸ ਤਰ੍ਹਾਂ ਹੈ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਵੇਂ ਕੋੜ ਦਾ ਰੋਗੀ ਹੁੰਦਾ ਨਾ, ਬਿਲਕਦਾ ਰਹਿੰਦਾ ਹੈ,
ਭਿੰਨ ਭਿੰਨ ਇਸੇ ਪ੍ਰਕਾਰ ਹੀ ਜਿਨ੍ਹਾਂ ਦੇ ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ, ਉਹ ਮਨੁੱਖ ਵਿਸ਼ੇ ਵਿਕਾਰਾਂ ਦੀ ਤਪਸ਼ ਕਰਕੇ ਅੰਦਰੋਂ ਹਮੇਸ਼ਾ ਹੀ ਦੁਖੀ ਰਹਿੰਦੇ ਨੇ। ਉਹਨਾਂ ਨੂੰ ਕਦੇ ਵੀ ਚੈਨ, ਕਦੇ ਵੀ ਟਿਕਾ ਦੀ ਪ੍ਰਾਪਤੀ ਨਹੀਂ ਹੁੰਦੀ। ਵਿਕਾਰਾਂ ਕਰਕੇ ਦੁਖੀ ਮਨੁੱਖ ਸੁਖ ਬਾਹਰੋਂ ਭਾਲਦਾ ਹੈ ਕਿ ਕਿਤੋਂ ਬਾਹਰੋਂ ਕੁਝ ਪ੍ਰਾਪਤ ਹੋ ਜਾਏ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਠੰਡਕ ਹੈ ਨਾ, ਇਹ ਨਾ ਤਾਂ ਚੰਦਰਮੇ ਵਿੱਚੋਂ ਪ੍ਰਾਪਤ ਹੋ ਸਕਦੀ ਹੈ, ਨਾ ਇਹ ਚੰਦਨ ਵਿੱਚੋਂ ਪ੍ਰਾਪਤ ਹੋ ਸਕਦੀ ਹੈ, ਨਾ ਇਹ ਸਰਦ ਰੁੱਤ ਵਿੱਚੋਂ ਪ੍ਰਾਪਤ ਹੋ ਸਕਦੀ ਹੈ। ਅਸਲ ਵਿੱਚ ਅੰਦਰ ਦੀ ਜਿਹੜੀ ਸੀਤਲਤਾ ਹੈ, ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਪ੍ਰਾਪਤ ਹੁੰਦੀ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਨਾਮ ਜਪਿਆ ਹੈ, ਉਹਨਾਂ ਦਾ ਹਿਰਦਾ ਅੰਦਰੋਂ ਸੀਤਲ ਹੋ ਗਿਆ, ਠੰਡਾ ਠਾਰ ਹੋ ਗਿਆ। ਸੁਣ ਕਰ ਬਚਨ ਤੁਮਾਰੇ, ਸਤਿਗੁਰ ਮਨ ਤਨ ਮੇਰਾ ਠਾਰ ਥੀਓ। ਸਤਿਗੁਰੂ ਜਦੋਂ ਆਪ ਜੀ ਦੇ ਪਾਵਨ ਬਚਨਾਂ ਨੂੰ, ਆਪ ਜੀ ਕੇ ਉਪਦੇਸ਼ ਨੂੰ ਸੁਣਿਆ, ਬਾਣੀ ਨੂੰ ਸੁਣਿਆ ਹੈ, ਜਨਮਾਂ ਜਨਮਾਂਤਰਾਂ ਤੋਂ ਮੇਰਾ ਤਪਦਾ ਹੋਇਆ ਮਨ ਤੁਹਾਡੀ ਕਿਰਪਾ ਦੇ ਨਾਲ ਅੰਦਰੋਂ ਠੰਡਾ ਠਾਰ ਹੋ ਗਿਆ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਇਹ ਹਿਰਦੇ ਦਾ ਜਿਹੜਾ ਕੜਾਹਾ ਤਪਦਾ ਸੀ ਨਾ ਵਿਕਾਰਾਂ ਦੇ ਕਰਕੇ, ਸਤਿਗੁਰਾਂ ਨੇ ਰਹਿਮਤ ਕਰਕੇ ਜਦੋਂ ਸੀਤਲ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਇਹ ਅੰਦਰ ਦਾ ਤਪਦਾ ਹੋਇਆ ਹਿਰਦੇ ਰੂਪੀ ਕੜਾਹਾ ਵੀ ਸ਼ਾਂਤ ਹੋ ਗਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਬਖਸ਼ਿਸ਼ ਕਰਦੇ, ਆਸਾੜ ਤਪੰਦਾ ਤਿਸ ਲਗੈ, ਹਰ ਨਾਹੋ ਨਾ ਜਿੰਨਾ ਪਾਸ। ਆਸਾੜ ਦਾ ਭਾਵ ਹੈ ਜੀ ਹਾੜ, ਉਹ ਮਹੀਨਾ ਜਿਹੜਾ ਸਾੜਦਾ ਹੈ। ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਹੋਇਆ ਲੱਗਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਨਾਹੋ ਦਾ ਆਖਰੀ ਅਰਥ ਹੁੰਦਾ ਮਾਲਕ ਪਤੀ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਸਦਾ, ਉਹਨਾਂ ਦਾ ਹਿਰਦਾ ਤਪਦਾ ਹੀ ਰਹਿੰਦਾ ਜਿਵੇਂ ਹਾੜ ਦਾ ਮਹੀਨਾ ਤਪਦਾ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜੋ ਵਾਹਿਗੁਰੂ ਸਾਰੇ ਜਗਤ ਦਾ ਜੀਵਨ ਹੈ, ਸਾਰਾ ਸੰਸਾਰ ਜਿਤਨਾ ਵੀ ਜੀਵਤ ਹੈ, ਇਸ ਸੰਸਾਰ ਦੇ ਅੰਦਰ ਜਿਹੜਾ ਜੀਵਨ ਚੱਲ ਰਿਹਾ ਹੈ, ਉਹ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਉਸ ਜਗ ਜੀਵਨ ਪੁਰਖ ਨੂੰ ਤਿਆਗ ਕੇ ਇਸ ਮਨੁੱਖ ਦੀ ਜਿਹੜੀ ਆਸ ਹੈ, ਉਹ ਮਨੁੱਖ ਦੀ ਹੈ। ਮਨੁੱਖ ਦੀ ਆਸ ਮਨ ਵਿੱਚ ਰੱਖਦਾ ਹੈ। ਜਿਸ ਨੇ ਜੀਵਨ ਦਿੱਤਾ ਹੈ, ਜੋ ਭੋਜਨ ਦੇ ਰਿਹਾ ਹੈ, ਜੋ ਪਾਲ ਰਿਹਾ ਹੈ, ਜੋ ਸੁੱਖ ਦੇ ਰਿਹਾ ਹੈ, ਜਿਸ ਨੇ ਸਾਨੂੰ ਲੋੜੀਂਦੀਆਂ ਵਸਤੂਆਂ ਦਿੱਤੀਆਂ ਨੇ, ਉਸ ਅਕਾਲ ਪੁਰਖ ਦਾ ਤਿਆਗ ਕਰਕੇ ਇਸ ਜੀਵ ਨੇ ਮਨੁੱਖ ਦੀ ਆਸ ਆਪਣੇ ਹਿਰਦੇ ਵਿੱਚ ਧਾਰੀ ਹੈ ਕਿ ਮੈਨੂੰ ਮਨੁੱਖ ਕੁਝ ਦੇ ਰਿਹਾ ਹੈ ਜਾਂ ਮਨੁੱਖ ਕੁਝ ਦੇ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕਰਤੇ ਪੁਰਖ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਹ ਮਨਮੁਖ ਜਿਹੜਾ ਜੀਵ ਹੈ, ਬੰਦੇ ਦਾ ਬੰਦਾ ਬਣ ਗਿਆ। ਹੁਣ ਕੋਈ ਬੰਦਾ ਭਿਖਾਰੀ ਤੋਂ ਆਸ ਰੱਖੇ ਵੀ ਇਹ ਮੈਨੂੰ ਰਾਜਾ ਬਣਾ ਦੇਗਾ,
ਭਿਖਾਰੀ ਤਾਂ ਨਹੀਂ ਨਾ ਕਿਸੇ ਨੂੰ ਰਾਜਾ ਬਣਾ ਸਕਦਾ, ਉਹ ਤਾਂ ਆਪ ਭਿਖਾਰੀ ਹੈ। ਜਿਹਦੇ ਪਾਸ ਆਪਣੇ ਕੋਲ ਕੁਝ ਨਹੀਂ, ਉਹ ਕਿਸੇ ਨੂੰ ਕੀ ਦੇ ਸਕਦਾ ਹੈ? ਉਹ ਕਿਸੇ ਦੀ ਝੋਲੀ ਕਿਵੇਂ ਭਰ ਸਕਦਾ ਹੈ? ਪਰ ਮਨੁੱਖ ਦੀ ਆਦਤ, ਫਿਤਰਤ ਹੀ ਐਸੀ ਹੈ ਕਿ ਇਹ ਜਿਹੜੇ ਮਨੁੱਖ ਹਨ ਨਾ, ਉਹਨਾਂ ਮਨੁੱਖਾਂ ਦੇ ਕੋਲ ਜਾ ਕੇ ਉਹਨਾਂ ਦੀ ਆਸ ਰੱਖਦਾ ਵੀ ਇਹ ਮੇਰੀ ਝੋਲੀ ਭਰ ਦੇਣਗੇ, ਇਹ ਮੈਨੂੰ ਕੁਝ ਦੇ ਦੇਣਗੇ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ, ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਬਾਬਾ ਜੀ ਕਹਿੰਦੇ ਰਾਤ ਬੜੀ ਲੰਬੀ ਹੋ ਗਈ, ਪੋਹ ਦਾ ਮਹੀਨਾ ਚੜ੍ਹਦਾ ਨਾ, ਉਦੋਂ ਰਾਤਾਂ ਲੰਮੀਆਂ ਹੋ ਜਾਂਦੀਆਂ ਸਰਦੀ ਦੇ ਵਿੱਚ। ਕਹਿੰਦੇ ਸਾਰੀ ਰਾਤ ਸੌਂ ਸੌਂ ਕੇ ਪਾਸੇ ਦੁਖਣ ਲੱਗ ਪੈਂਦੇ ਨੇ। ਬਾਬਾ ਜੀ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਜੀਵਣਾ ਹੀ ਤ੍ਰਿਗ ਹੈ, ਜਿਨ੍ਹਾਂ ਨੂੰ ਵਡਾਣੀ ਪਰਾਈ ਆਸ ਹੁੰਦੀ ਹੈ ਕਿ ਦੂਜਾ ਮੈਨੂੰ ਕੁਝ ਦੇ ਦੇਗਾ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੀ ਆਸ ਰੱਖਦਾ ਨਾ, ਉਹ ਸਾਰੀ ਜ਼ਿੰਦਗੀ ਖਾਲੀ ਦਾ ਖਾਲੀ ਰਹਿੰਦਾ ਹੈ। ਬੜੀ ਸੁੰਦਰ ਗਾਥਾ ਹੈ ਬਾਦਸ਼ਾਹ ਅਕਬਰ ਦੀ। ਇੱਕ ਸੂਫੀ ਸੰਤ ਨੂੰ ਉਹਦੇ ਚੇਲੇ ਪ੍ਰੇਰਦੇ ਨੇ ਵੀ ਆਪਾਂ ਨੂੰ ਭਿਕਸ਼ਾ ਮੰਗਣੀ ਪੈਂਦੀ ਹੈ, ਇਸ ਤਰ੍ਹਾਂ ਕਰੋ ਵੀ ਤੁਸੀਂ ਬੜੇ ਪੂਜਨੀਕ ਹੋ, ਤੁਹਾਡਾ ਮਾਣ ਸਤਿਕਾਰ ਬੜਾ ਹੈ, ਵੀ ਚੱਲ ਕੇ ਅਕਬਰ ਬਾਦਸ਼ਾਹ ਕੋਲੋਂ ਕੁਝ ਮੰਗ ਲਓ, ਵੀ ਚਲੋ ਬਾਰ-ਬਾਰ ਭਿਕਸ਼ਾ ਨਹੀਂ ਮੰਗਣੀ ਪਏਗੀ ਆਪਾਂ ਨੂੰ। ਇਹ ਗੱਲ ਸੁਣ ਕੇ ਸੂਫੀ ਮੰਨ ਗਿਆ, ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੇ ਅਕਬਰ ਕੋਲ ਪਹੁੰਚਿਆ। ਤੇ ਅਕਬਰ ਜਿਹੜਾ ਸੀ ਮਸਜਿਦ ਵਿੱਚ ਨਮਾਜ਼ ਪੜ੍ਹਦਾ ਸੀ, ਤੇ ਅੰਦਰ ਜਾ ਪਹੁੰਚਿਆ ਵੀ ਚਲੋ ਕੁਝ ਲੈ ਲਵਾਂ ਇਹਦੇ ਕੋਲੋਂ। ਅਕਬਰ ਨਮਾਜ਼ ਪੜ੍ਹ ਕੇ ਖੁਦਾ ਦੇ ਕੋਲ ਅਰਦਾਸ ਕਰਦਾ ਸੀ, ਮੈਨੂੰ ਬਹੁਤ ਮਾਇਆ ਦੇ ਦਿਓ, ਪਦਾਰਥ ਦੇ ਦਿਓ, ਮੇਰਾ ਰਾਜ ਭਾਗ ਵਧਾ ਦਿਓ। ਉਸਨੇ ਜਦੋਂ ਇਹ ਬੋਲ ਸੁਣੇ ਤੇ ਪਿਛਾਂਹ ਮੁੜ ਗਿਆ। ਜਿਹੜੇ ਦਰਬਾਨ ਖੜੇ ਸਨ ਕਹਿਣ ਲੱਗੇ, ਸਾਈਂ ਜੀ ਕੁਝ ਮੰਗਣ ਆਏ ਸੀ, ਰੁਕ ਜਾਓ ਥੋੜੀ ਦੇਰ, ਨਮਾਜ਼ ਪੜ੍ਹ ਕੇ ਹੁਣੇ ਬਾਦਸ਼ਾਹ ਵਿਹਲੇ ਹੋ ਜਾਣਗੇ ਤੇ ਮੰਗ ਲੈਣਾ ਜੋ ਵੀ ਚਾਹੀਦਾ। ਉਹ ਸੂਫੀ ਸੰਤ ਕਹਿਣ ਲੱਗਾ ਵੀ ਇਹ ਤਾਂ ਭਿਖਾਰੀ ਹੈ, ਫਰਕ ਇਹਨਾਂ ਕਿ ਵੱਡਾ ਭਿਖਾਰੀ ਹੈ। ਇੱਕ ਤਾਂ ਲੋਕਾਂ ਕੋਲੋਂ ਰੁਪਈਆ ਰੁਪਈਆ ਟਕਾ ਟਕਾ ਮੰਗਦੇ ਨੇ ਵੀ ਸਾਡਾ ਗੁਜ਼ਾਰਾ ਹੋ ਜਾਏ, ਉਹ ਛੋਟੇ ਭਿਖਾਰੀ ਹੁੰਦੇ ਨੇ, ਇਹ ਵੱਡਾ ਭਿਖਾਰੀ ਹੈ, ਇਹਦੇ ਕੋਲੋਂ ਮੈਂ ਕੀ ਮੰਗਾ। ਇਹ ਤਾਂ ਆਪ ਮੰਗ ਰਹੇ ਹੈ, ਇਤਨਾ ਕੁਝ ਹੋਣ ਦੇ ਬਾਵਜੂਦ ਇਹਦੀ ਤ੍ਰਿਸ਼ਨਾ ਨਹੀਂ ਬੁੱਝੀ। ਤੇ ਜਦੋਂ ਇਹ ਮੰਗ ਰਹੇ ਹੈ ਤੇ ਭਾਵ ਇਹ ਭਿਖਾਰੀ ਹੈ। ਅਗਰ ਇਹ ਭਿਖਾਰੀ ਹੈ ਤੇ ਮੈਂ ਫਿਰ ਇਹਦੇ ਕੋਲੋਂ ਕਿਉਂ ਮੰਗਾ? ਜਿਹੜਾ ਇਹਨੂੰ ਦੇ ਰਿਹਾ ਹੈ ਮੈਂ ਉਹਦੇ ਕੋਲੋਂ ਮੰਗਾਂਗਾ। ਇਹ ਵੀ ਖੁਦਾ ਕੋਲੋਂ ਮੰਗ ਰਿਹਾ ਹੈ ਤੇ ਮੈਂ ਵੀ ਖੁਦਾ ਕੋਲ ਅਰਦਾਸ ਕਰ ਸਕਣਾ, ਜੇ ਇਹਦੇ ਮੰਗਿਆਂ ਖੁਦਾ ਇਹਦੀ ਝੋਲੀ ਭਰੇਗਾ ਤੇ ਕੀ ਮੇਰੇ ਮੰਗਿਆਂ ਮੇਰੀ ਝੋਲੀ ਨਹੀਂ ਭਰੇਗਾ? ਮੈਂ ਬੰਦੇ ਦੀ ਆਸ ਕਿਉਂ ਰੱਖਾਂ? ਮੈਂ ਵੀ ਖੁਦਾ ਦੀ ਆਸ ਰੱਖਾਂਗਾ, ਅਕਾਲ ਪੁਰਖ ਦੀ ਆਸ ਰੱਖਾਂਗਾ ਜਿਹੜਾ ਮੇਰੀ ਝੋਲੀ ਭਰ ਦੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਨੁੱਖ ਦੇਵੇਗਾ ਬੰਦਾ ਰੱਜੇਗਾ ਨਹੀਂ, ਪਰ ਰੱਬ ਦੇਵੇਗਾ ਫਿਰ ਇਹਨੂੰ ਰਜੇਵਾਂ ਜ਼ਰੂਰ ਹੋ ਜਾਏਗਾ ਜਦੋਂ ਉਹ ਰਜਾ ਦੇਵੇਗਾ।
ਰਜਾਉਂਦਾ ਫਿਰ ਇੱਕੋ ਵਾਰੀ ਹੈ। ਜਦੋਂ ਫਿਰ ਰਜਾ ਦਿੰਦਾ ਫਿਰ ਭੁੱਖਾਂ ਸਭ ਮਿਟਾਈਆਂ, ਫਿਰ ਸਾਰੀਆਂ ਭੁੱਖਾਂ ਅੰਦਰ ਦੀਆਂ ਮਿਟ ਜਾਂਦੀਆਂ ਨੇ, ਕੋਈ ਭੁੱਖ ਹੀ ਅੰਦਰ ਦੀ ਨਹੀਂ ਰਹਿੰਦੀ ਜਦੋਂ ਫਿਰ ਰਜਾਉਣ ਤੇ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨੁੱਖ ਦੀ ਆਸ, ਮਨੁੱਖ ਦੀ ਟੇਕ ਵਿਅਰਥ ਕਰਕੇ ਜਾਣ, ਕਿਉਂਕਿ ਦੇਣ ਵਾਲਾ ਪ੍ਰਮਾਤਮਾ ਵਾਹਿਗੁਰੂ ਇੱਕ ਹੈ, ਇੱਕ ਤੇ ਆਸ ਰੱਖ। ਤੇ ਮਹਾਰਾਜ ਕਹਿੰਦੇ ਜੇ ਇੱਕ ਤੇ ਆਸ ਰੱਖੇਗਾ ਤੇ ਤੇਰੇ ਕਾਰਜ ਵੀ ਰਾਸ ਹੋ ਜਾਣਗੇ। ਆਪਾਂ ਸਤਿਗੁਰਾਂ ਦਾ ਬਚਨ ਕਰੀਬਨ ਨਿਤਾਂ ਪ੍ਰਤੀ ਪੜ੍ਹਦੇ ਹਾਂ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੀ ਆਸ ਧਾਰਨ ਕੀਤੀ ਹੈ ਨਾ, ਉਹ ਤਰ ਗਏ ਸੰਸਾਰ ਤੋਂ। ਤਰ ਜੀੜੇ ਇੱਕ ਟੇਕ ਤੋਂ, ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਜਿਹੜੀ ਬੇਡਾਨੀ ਕਹੀਏ ਬੇਗਾਨੀ ਆਸ ਹੈ, ਉਹ ਛੱਡ ਦੇ। ਇੱਕ ਅਕਾਲ ਪੁਰਖ ਦੀ ਆਸ ਰੱਖ ਕੇ ਉਹਦਾ ਨਾਮ ਜਪ, ਤੇਰੇ ਸਾਰੇ ਕਾਰਜ ਹੀ ਰਾਸ ਹੋ ਜਾਣਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜੋ ਜਗਤ ਦਾ ਜੀਵਨ ਅਕਾਲ ਪੁਰਖ ਵਾਹਿਗੁਰੂ ਜੀ ਹੈ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਤਿਆਗ ਕੇ ਮਨੁੱਖਾਂ ਦੀ ਆਸ ਆਪਣੇ ਮਨ ਵਿੱਚ ਧਾਰਨ ਕੀਤੀ ਹੈ, ਸਾਰੀ ਜ਼ਿੰਦਗੀ ਉਹ ਨਿਫਾਲੀ ਰਹਿੰਦੇ ਨੇ, ਉਹਨਾਂ ਨੂੰ ਕੋਈ ਵੀ ਫਲ ਨਹੀਂ ਮਿਲਦਾ। ਦ્વੈ ਭਾਏ ਵੇ ਗੂਚੀਐ, ਗਲ ਪਈ ਸਜਮ ਕੀ ਫਾਸ। ਦੋਇ ਭਾਏ ਵਿਗੁਚੀ ਹੈ, ਦ્વੈਤ ਭਾਵ ਵਿੱਚ ਪ੍ਰੇਮ ਕਰਕੇ, ਮਾਇਆ 'ਚ ਪ੍ਰੇਮ ਕਰਕੇ। ਹਾਲਾਂਕਿ ਦੋਇ ਦਾ ਭਾਵ ਹੈ ਜੀ ਦੁਬਦਾ, ਬੜੇ ਸਪਸ਼ਟ ਜਿਹੇ ਦੇ ਅਰਥ ਹੁੰਦੇ ਨੇ। ਦੁਬਦਾ, ਦੁਬਦਾ ਕੀ ਹੈ? ਮਾਇਆ। ਮਾਇਆ ਬੰਦੇ ਨੂੰ ਦੁਬਦਾ 'ਚ ਪਾ ਦਿੰਦੀ ਹੈ, ਇਹਦਾ ਚਿੱਤ ਖਲੇਰ ਦਿੰਦੀ ਹੈ, ਖੰਡ ਖੰਡ ਕਰ ਦਿੰਦੀ ਹੈ, ਮਨ ਟਿਕਾ 'ਚ ਨਹੀਂ ਰਹਿੰਦਾ। ਇਹਨੂੰ ਜਿਤਨਾ ਕੁ ਦਾਸ ਨੇ ਸਮਝਿਆ, ਇੱਕ ਵਿਦਵਾਨ ਸੱਜਣ ਨੇ ਬੋਲ ਲਿਖੇ ਸਨ, ਦੁਬਦਾ ਬਣੀ ਰਹਿੰਦੀ ਹੈ। ਗੁਰਦੁਆਰੇ ਵੀ ਆਉਣਾ, ਪਾਪ ਵੀ ਚੱਲਦੇ ਨੇ ਨਾਲ ਦੀ ਨਾਲ, ਪਾਠ ਵੀ ਕਰੀ ਜਾਣਾ, ਝੂਠ ਵੀ ਮਾਰੀ ਜਾਣਾ, ਸੇਵਾ ਵੀ ਕਰੀ ਜਾਣੀ, ਦੂਜੇ ਦਾ ਬੁਰਾ ਵੀ ਸੋਚੀ ਜਾਣਾ। ਉਹਨਾਂ ਲਿਖਿਆ ਵੀ ਕਈ ਵਾਰੀ ਨਾ ਇਸ ਤਰ੍ਹਾਂ ਦੀ ਦੁਬਦਾ ਜੀਵਨ 'ਚ ਚੱਲਦੀ ਰਹਿੰਦੀ। ਦੋ ਵਿਧਾ, ਦ્વੈਤ, ਦੋਨੇ ਪਾਸੇ ਕਰਮ ਚੱਲ ਰਹੇ ਨੇ। ਹੁਣ ਉਹ ਪਲੜਾ ਉੱਥੇ ਕੀ ਬਰਾਬਰ ਰੱਖਿਆ ਹੋਇਆ ਹੈ, ਧਾਰਮਿਕ ਕਰਮ ਵੀ ਕਰੀ ਜਾ ਰਿਹਾ ਹੈ, ਸੰਸਾਰਕ ਪੱਖ ਵੀ ਚੱਲਦਾ, ਉੱਥੇ ਵੀ ਮਾੜੇ ਕੰਮ ਕਰੀ ਜਾਂਦਾ ਹੈ। ਇੱਕ ਤਾਂ ਇਹ ਦੁਬਦਾ ਦੇ ਅਰਥ ਕੀਤੇ ਨੇ। ਦੂਸਰਾ ਦ્વੈਤ, ਪਰਮੇਸ਼ਰ ਨੂੰ ਛੱਡ ਕੇ ਮਾਇਆ ਵਿੱਚ ਜੁੜਨਾ, ਇਹਨੂੰ ਦ્વੈਤ ਕਹਿੰਦੇ ਨੇ। ਦ્વੈਤ ਮਹਾਰਾਜ ਕਹਿੰਦੇ ਦੁਐ ਭਾਏ ਬੇਗੁਚੀ ਹੈ। ਜਿਨ੍ਹਾਂ ਨੇ ਪਰਮੇਸ਼ਰ ਨੂੰ ਤਿਆਗ ਦਿੱਤਾ ਤੇ ਦ્વੈਤ ਮਾਇਆ ਦੇ ਵਿੱਚ ਭਾਏ ਕਹੀਏ ਪ੍ਰੇਮ ਕਰਨ ਲੱਗ ਪਏ ਨੇ, ਉਹ ਸਾਰੀ ਜ਼ਿੰਦਗੀ ਵਿਗੁਚੀ ਹੈ, ਖੱਜਲ ਖੁਆਰੀ ਹੁੰਦੇ ਨੇ। ਉਹਨਾਂ ਨੂੰ ਜੀਵਨ ਵਿੱਚ ਟਿਕਾ ਮਿਲਦਾ ਨਹੀਂ। ਭਾਲਦੇ ਤਾਂ ਸੁੱਖ ਹੀ ਨੇ, ਸੁੱਖ ਪ੍ਰਾਪਤ ਹੋ ਜਾਏ, ਨਹੀਂ ਮਿਲਦਾ। ਨਾ ਮਾਇਆ ਵਿੱਚੋਂ ਮਿਲਦਾ, ਨਾ ਉਹਨਾਂ ਨੂੰ ਸੁੱਖ ਕੱਚੇ ਪਿੱਲਿਆਂ ਦੀ ਸੇਵਾ ਕਰਕੇ ਮਿਲਦਾ ਹੈ। ਸਾਹਿਬ ਕਹਿੰਦੇ ਗੱਲ ਪਈ ਸੋ ਜਮ ਕੀ ਫਾਸ। ਜਦੋਂ ਅੰਤ ਕਾਲ ਆਉਂਦਾ ਫਿਰ ਗਲ ਵਿੱਚ ਜੰਮਾਂ ਦੀ ਫਾਈ ਪੈ ਜਾਂਦੀ ਹੈ, ਕਿਉਂਕਿ ਜੋ ਕਰਨਾ ਸੀ ਉਹ ਨਹੀਂ ਕੀਤਾ। ਅਖੀਰ ਕਹਿੰਦੇ ਗਲ ਦੇ ਵਿੱਚ ਜੰਮ ਦੀ ਫਾਈ ਆ ਪਈ ਹੈ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜਿਹਾ ਬੀਜਾ, ਜੈਸਾ ਬੀਜ ਬੀਜਦਾ ਹੈ, ਸੋ ਲੁਣੈ, ਵੈਸੀ ਹੀ ਫਸਲ ਆਖਰ ਇਹਨੂੰ ਵੱਢਣੀ ਪੈਂਦੀ ਹੈ। ਕਿਸਾਨ ਨੇ ਜੋ ਬੀਜ ਬੀਜਿਆ ਤੇ ਸੁਭਾਵਿਕ ਹੈ ਜ਼ਮੀਨ ਦੀ ਕੁੱਖ ਦੇ ਵਿੱਚੋਂ ਹੀ ਕੁਝ ਪੈਦਾ ਹੋਵੇਗਾ। ਜੋ ਪੈਦਾ ਹੋਇਆ ਵੱਢਣਾ ਉਹੀ ਪੈਣਾ ਹੈ। ਮਨੁੱਖ ਬੀਜ ਤਾਂ ਮਾੜੇ ਬੀਜਦਾ ਹੈ, ਪਰ ਆਸ
ਚੰਗੇ ਫਲ ਦੀ ਰੱਖਦਾ ਹੈ। ਅਕਸਰ ਇਹ ਮਨੁੱਖ ਦੀ ਫਿਤਰਤ ਜਗਤ ਵਿੱਚ ਵੇਖੀ ਗਈ ਹੈ। ਆਸਾ ਕੀ ਵਾਰ ਪਾਵਨ ਬਾਣੀ ਅੰਦਰ ਮਹਾਰਾਜ ਕਹਿੰਦੇ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ। ਮਨੁੱਖ ਬੀਜ ਜ਼ਹਿਰ ਦਾ ਬੀਜਦਾ ਹੈ, ਪਰ ਰੱਬ ਦੇ ਘਰ ਦੇ ਵਿੱਚੋਂ ਮੰਗਦਾ ਅੰਮ੍ਰਿਤ ਹੈ ਵੀ ਮੈਨੂੰ ਅੰਮ੍ਰਿਤ ਭਾਵ ਸੁੱਖ ਮਿਲ ਜਾਏ। ਕਰਮ ਦੁੱਖ ਵਾਲੇ ਕਰਦਾ ਹੈ, ਮੰਗਦਾ ਸੁੱਖ ਹੈ। ਕੀ ਹੋਇਆ ਜੇ ਮੈਂ ਸਵੇਰੇ ਗੁਰਦੁਆਰੇ ਆ ਗਿਆ, ਮੈਂ ਕਿੰਤੂ ਨਹੀਂ ਕਰ ਰਿਹਾ ਇਸ ਚੀਜ਼ ਤੇ ਸਮਝਣ ਦਾ ਯਤਨ ਕਰਨਾ। ਉਹ ਵਡਭਾਗੀ ਗੁਰਸਿੱਖ ਨੇ ਜਿਹੜੇ ਗੁਰਦੁਆਰੇ ਆਉਂਦੇ ਨੇ। ਮੈਂ ਗੁਰਦੁਆਰੇ ਵੀ ਆਇਆ, ਮੈਂ ਪਾਠ ਵੀ ਕਰ ਲਿਆ, ਪਰ ਮੇਰੀ ਮਾਨਸਿਕ ਸਥਿਤੀ ਉੱਥੇ ਦੀ ਉੱਥੇ ਹੈ। ਮੈਂ ਆਇਆ ਗੁਰਦੁਆਰੇ, ਮੱਥਾ ਟੇਕਿਆ, ਚਲਾ ਗਿਆ। ਮੇਰੇ ਸੰਸਾਰਕ ਜਿਹੜੇ ਕਰਮ ਨੇ, ਝੂਠ ਬੋਲਣਾ, ਬੇਈਮਾਨੀ ਕਰਨੀ, ਇਹ ਉਦਾਂ ਹੀ ਚੱਲ ਰਹੇ ਨੇ, ਉਸੇ ਤਰ੍ਹਾਂ ਹੀ। ਫਿਰ ਬੰਦਾ ਇਹ ਗੱਲ ਕਹਿੰਦਾ ਹੈ ਮੈਂ ਗੁਰਦੁਆਰੇ ਵੀ ਜਾਣਾ, ਪਾਠ ਵੀ ਬੜਾ ਕਰਦਾ ਤੇ ਦੁਖੀ ਵੀ ਬੜਾ ਆ, ਪਰ ਉਹਨੂੰ ਇਹ ਨਹੀਂ ਪਤਾ ਕਿ ਗੁਰਦੁਆਰੇ ਤਾਂ ਮੈਂ ਸਵੇਰੇ ਜਾਣਾ ਤੇ ਮੈਂ ਸਾਰਾ ਦਿਨ ਕੀ ਕਰਦਾ, ਉਧਰ ਝਾਤੀ ਨਹੀਂ ਮਾਰਦਾ। ਹੋ ਸਕਦਾ ਮੈਂ ਘੰਟਾ 2 ਘੰਟੇ ਇੱਥੇ ਬਤੀਤ ਕਰ ਲਏ ਹੋਣਗੇ, ਤੇ ਬਾਕੀ ਜਿਹੜਾ ਸਮਾਂ ਹੈ ਉਹ ਤਾਂ ਮੈਂ ਸੰਸਾਰ 'ਚ ਬਤੀਤ ਕੀਤਾ ਹੈ ਨਾ। 2 ਘੰਟੇ ਦਾ ਮੇਰਾ ਨਿਤਨੇਮ ਹੋਵੇਗਾ ਤੇ ਮੈਂ ਝੂਠ ਕਿੰਨੇ ਬੋਲੇ ਹੋਣਗੇ ਦਿਨ ਦੇ ਵਿੱਚ, ਇਹ ਚੀਜ਼ ਮੈਂ ਨਹੀਂ ਸੋਚਦਾ। ਮੈਂ ਕਿੰਨੇ ਔਗਣ ਕਮਾਏ ਹੋਣਗੇ, ਨਹੀਂ ਮੈਂ ਸੋਚਦਾ। ਫਿਰ ਮੈਂ ਤਾਨਾ ਰੱਬ ਨੂੰ ਹੀ ਮਾਰਨਾ ਹੁੰਦਾ ਹੈ। ਮੈਂ ਗੁਰਦੁਆਰੇ ਵੀ ਜਾ ਰਿਹਾ, ਫਿਰ ਵੀ ਕੁਝ ਨਹੀਂ ਹੋ ਰਿਹਾ, ਕਿਉਂਕਿ ਬੰਦੇ ਨੂੰ ਚੰਗੇ ਕਰਮ ਤਾਂ ਦਿਸਦੇ ਹੁੰਦੇ ਨੇ, ਪਰ ਮਾੜੇ ਨਹੀਂ ਦਿਸਦੇ। ਜੋ ਮੈਂ ਚੰਗਾ ਕੀਤਾ ਉਹ ਦਿਸ ਗਿਆ, ਪਰ ਜੋ ਮੈਂ ਮਾੜਾ ਕੀਤਾ ਉਹ ਨਹੀਂ ਦਿਸਿਆ, ਕਿਉਂਕਿ ਬੰਦਾ ਕਦੇ ਆਪਣੇ ਔਗਣ ਕਬੂਲਣ ਲਈ ਤਿਆਰ ਹੀ ਨਹੀਂ ਹੁੰਦਾ ਵੀ ਮੈਂ ਔਗਣ ਕਮਾ ਰਿਹਾ। ਮਹਾਰਾਜ ਕਹਿੰਦੇ ਰੱਬ ਦਾ ਇਹਦੇ ਵਿੱਚ ਕਸੂਰ ਕੋਈ ਨਹੀਂ। ਜਿਹੋ ਜਿਹਾ ਬੀਜ ਮਨੁੱਖ ਧਰਤੀ ਦੀ ਕੁੱਖ ਵਿੱਚ ਬੀਜਦਾ, ਫਸਲ ਉਹਨੂੰ ਉਦਾਂ ਦੀ ਵੱਢਣੀ ਪੈਂਦੀ ਹੈ। ਇਹ ਸਾਡਾ ਸਰੀਰ ਜਿਹੜਾ ਹੈ, ਇਹ ਵੀ ਖੇਤ ਦੀ ਨਿਆਈ ਹੈ, ਖੇਤ ਦੇ ਵਾਂਗੂ ਹੈ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਸਰੀਰ ਦੇ ਖੇਤ ਵਿੱਚ ਜਿਹੋ ਜਿਹਾ ਬੀਜ ਅਸੀਂ ਬੀਜਦੇ ਹਾਂ, ਅੰਤ ਨੂੰ ਉਹੀ ਫਸਲ ਸਾਡੇ ਸਾਹਮਣੇ ਆ ਕੇ ਖਲੋ ਜਾਂਦੀ ਹੈ, ਤੇ ਨਿਸ਼ਚੇ ਨਾਲ ਇਹ ਫਸਲ ਵੱਢਣੀ ਪੈਂਦੀ ਹੈ ਤੇ ਵੱਢ ਕੇ ਖਾਣੀ ਵੀ ਆਪ ਪੈਂਦੀ ਹੈ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜੋ ਕੁਝ ਵੀ ਅਸੀਂ ਕਰਦੇ ਹਾਂ ਲਿਖਿਆ ਜਾਂਦਾ ਹੈ, ਉਹੀ ਸਾਡੇ ਨਾਲ ਜਾਂਦਾ ਹੈ। ਅਸੀਂ ਆਪੇ ਹੀ ਬੀਜ ਬੀਜਦੇ ਹਾਂ ਤੇ ਅਖੀਰ ਸਾਨੂੰ ਫਲ ਵੀ ਆਪ ਹੀ ਖਾਣਾ ਪੈਂਦਾ ਹੈ। ਇੱਕ ਕਥਾ ਆਉਂਦੀ ਹੈ ਜੀ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਰਾਮਕਲੀ ਦੀ ਵਾਰ ਅੰਦਰ ਇਹ ਸ਼ਲੋਕ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ। ਰਾਜੇ ਅਜੈ ਦੀ ਉਦਾਹਰਣ ਦਿੱਤੀ ਮਹਾਰਾਜ ਨੇ। ਇੱਕ ਦਿਨ ਨਾ ਘੋੜਿਆਂ ਦੇ ਤਬੇਲੇ 'ਚ ਖਲੋਤਾ ਸੀ ਰਾਜਾ ਅਜੈ। ਇੱਕ ਮਹਾਤਮਾ ਸਾਧੂ ਆ ਗਏ ਉਹਦੇ ਕੋਲ ਮੰਗਣ ਵਾਸਤੇ। ਉਹਨਾਂ ਨੇ ਆਖਿਆ ਵੀ ਰਾਜਨ ਕੁਝ ਦਿਓ। ਉਹ ਕਹਿੰਦਾ ਵੀ ਘੋੜਿਆਂ ਦੇ ਤਬੇਲੇ 'ਚ ਖਲੋਤਾ, ਮੇਰੇ ਕੋਲ ਹੁਣ ਕੁਝ ਨਹੀਂ। ਉਹ ਕਹਿੰਦੇ ਨਹੀਂ ਕੁਝ ਤਾਂ ਦੇ ਦੇ। ਥੋੜਾ ਰਾਜਿਆਂ ਨੂੰ ਹੰਕਾਰ ਵੀ ਹੁੰਦਾ ਆਪਣੇ ਰਾਜ ਭਾਗ ਦਾ। ਗੁੱਸੇ ਵਿੱਚ ਆ ਗਿਆ ਜੀ, ਘੋੜੇ ਦੀ ਲਿੱਦ ਚੁੱਕ ਕੇ ਉਹ ਸਾਧੂ ਦੇ ਕਰਮੰਡਲ 'ਚ ਪਾ ਦਿੱਤੀ, ਇਹ ਲੈ ਜਾ, ਇਹੀ ਹੈ ਮੇਰੇ ਕੋਲ। ਜਦੋਂ ਉਹ ਲਿੱਦ ਦਿੱਤੀ ਤੇ ਸਾਧੂ ਨੇ ਲਿੱਦੀ ਲਈ ਤੇ ਮੁੜ ਪਿਆ। ਉਹਨੇ ਜਾ ਕੇ ਜਿਸ ਕੁਟੀਆ 'ਚ ਰਹਿੰਦਾ ਸੀ ਨਾ, ਉਹ ਕੁਟੀਆ ਦੇ ਬਾਹਰ ਲਿੱਦ ਜਿਹੜੀ ਢੇਰੀ ਕਰ ਦਿੱਤੀ।
ਹੌਲੀ ਹੌਲੀ ਉਹ ਲਿੱਦ ਵਧਣੀ ਸ਼ੁਰੂ ਹੋ ਗਈ। ਦਿੱਤਾ ਹੋਇਆ ਦਾਨ 10 ਗੁਣਾ ਜ਼ਿਆਦਾ ਫਲਦਾ ਹੈ। ਢੇਰਾਂ ਦੇ ਢੇਰ ਲੱਗ ਗਏ, ਢੇਰਾਂ ਦੇ ਢੇਰ। ਰਾਜੇ ਅਜੈ ਦੀ ਜਿਤਨੀ ਨਗਰੀ ਸੀ, ਕਿਉਂਕਿ ਇੱਕ ਤਾਂ ਸਾਧੂ ਨਾਲ ਖੜਮਸਤੀ ਕੀਤੀ ਹੈ ਤੇ ਫਿਰ ਦਾਨ ਦਿੱਤਾ ਹੋਇਆ ਤੇ ਫਲਣਾ ਹੀ ਸੀ ਨਾ। ਕਦੇ ਵੀ ਸਾਧੂਆਂ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਮੱਥਾ ਨਹੀਂ ਲਾਣਾ ਚਾਹੀਦਾ। ਕਹਿੰਦੇ ਉਸ ਰਾਜੇ ਦੀ ਸਾਰੀ ਨਗਰੀ ਲਿੱਦ ਨਾਲ ਭਰਨੀ ਸ਼ੁਰੂ ਹੋ ਗਈ। ਰਾਜਾ ਬੜਾ ਹੈਰਾਨ ਹੋਇਆ ਵੀ ਇਹ ਕੀ ਹੋ ਰਿਹਾ ਹੈ। ਵਜ਼ੀਰ ਨੇ ਚੇਤੇ ਕਰਾਇਆ, ਰਾਜਨ ਇਹ ਤੁਹਾਡਾ ਹੀ ਦਿੱਤਾ ਹੋਇਆ ਦਾਨ ਹੈ, ਜਿਹੜਾ ਉਸ ਮਹਾਤਮਾ ਨੂੰ ਦਿੱਤਾ ਸੀ, ਇਹ ਉਹੀ ਹੈ। ਰਾਜਾ ਆਪ ਫਿਰ ਉਹ ਮਹਾਤਮਾ ਕੋਲ ਆਇਆ, ਮਾਫੀ ਮੰਗੀ, ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਖਿਮਾ ਕਰ ਦਿਓ। ਰਾਜੇ ਅਜੈ ਨੂੰ ਉਹ ਮਹਾਂਪੁਰਸ਼ ਕਹਿਣ ਲੱਗੇ, ਠੀਕ ਹੈ, ਇਹ ਜਿਤਨਾ ਵੀ ਫਲ ਹੈ ਨਾ, ਜਿਤਨੀ ਵੀ ਲਿੱਦ ਵਧੀ ਹੈ, ਇਹ ਤਾਂ ਹਟ ਜਾਏਗੀ, ਪਰ ਜਿਹੜੀ ਤੂੰ ਮੈਨੂੰ ਲਿੱਦ ਦਿੱਤੀ ਖਾਣੀ ਪਏਗੀ ਤੈਨੂੰ, ਇਹ ਤੈਨੂੰ ਖਾਣੀ ਪੈਣੀ ਹੈ, ਵਰਨਾ ਇਹ ਰੋਜ਼ ਵਧੇਗੀ, ਰੋਜ਼ ਵਧੇਗੀ। ਰਾਜਾ ਮੰਨਣ ਵਾਸਤੇ ਤਿਆਰ ਹੋ ਗਿਆ। ਉਹ ਕਹਿੰਦਾ ਠੀਕ ਹੈ ਜੀ, ਕੋਈ ਗੱਲ ਨਹੀਂ, ਏਦਾਂ ਹੀ ਕਰਾਂ। ਜਿਤਨੀ ਉਹ ਜ਼ਿਆਦੀ ਲਿੱਦ ਪੈਦਾ ਹੋਈ ਸੀ ਫਲ ਦੇ ਰੂਪ ਵਿੱਚ, ਉਹ ਸਾਰੀ ਹਟ ਗਈ। ਮਹਾਂਪੁਰਸ਼ਾਂ ਦੇ ਬਚਨ ਨਾਲ ਓਨੀ ਕੀ ਲਿੱਦ ਰਹਿ ਗਈ ਜਿੰਨੀ ਉਹਨੇ ਦਿੱਤੀ ਸੀ। ਰਾਜਾ ਉਹ ਲਿੱਦ ਇਕੱਠੀ ਕਰਕੇ ਲੈ ਗਿਆ, ਉਹਨੂੰ ਪੀਸ ਲਿਆ। ਰੋਜ਼ ਸਵੇਰੇ ਉੱਠ ਕੇ ਨਾਲੇ ਲਿੱਦ ਖਾਂਦਾ, ਨਾਲੇ ਰੋਂਦਾ ਹੈ। ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ, ਕੋਈ ਮਨ ਘੜਤ ਗੱਲ ਨਹੀਂ। ਅਜੈ ਸੋ ਰੋਵੈ ਭੀਖਿਆ ਖਾਏ। ਰਾਜਾ ਅਜੈ ਰੋਂਦਾ ਹੈ, ਜਿਹੜੀ ਦਿੱਤੀ ਹੋਈ ਭੀਖਿਆ ਸੀ ਹੁਣ ਆਪ ਹੀ ਖਾਣੀ ਪੈ ਰਹੀ ਹੈ, ਘੋੜੇ ਦੀ ਲਿੱਦ ਖਾਣੀ ਪੈ ਰਹੀ ਹੈ। ਐਸੀ ਦਰਗਹਿ ਮਿਲੈ ਸਜਾਏ। ਪਰਮੇਸ਼ਰ ਦੀ ਦਰਗਾਹ ਵਿੱਚ ਐਸੀ ਸਜ਼ਾ ਮਨੁੱਖ ਨੂੰ ਪ੍ਰਾਪਤ ਹੁੰਦੀ, ਜੋ ਕਰਦਾ ਹੈ ਉਹੀ ਪ੍ਰਾਪਤ ਹੁੰਦਾ ਹੈ। ਕਿਉਂਕਿ ਦਿੱਤਾ ਲਈਐ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਭਾਈ ਗੁਰਦਾਸ ਜੀ ਕਹਿੰਦੇ, ਜੋ ਦਿੱਤਾ ਹੈ ਉਹੀ ਵਾਪਸ ਮਿਲਦਾ ਹੈ, ਜੋ ਨਹੀਂ ਦਿੱਤਾ ਉਹ ਨਹੀਂ ਮਿਲਦਾ। ਜੋ ਦਿੱਤਾ ਹੈ ਮੈਂ, ਉਹੀ ਮੈਨੂੰ ਵਾਪਸ ਮਿਲ ਰਿਹਾ ਹੈ। ਜਿਹਾ ਬੀਜੈ ਸੋ ਲੁਣੈ। ਮਨੁੱਖ ਜਿਹੋ ਜਿਹਾ ਬੀਜ ਬੀਜਦਾ, ਅਖੀਰ ਉਹੋ ਜੀ ਫਸਲ ਵੱਢਦਾ ਹੈ। ਮਹਾਰਾਜ ਕਹਿੰਦੇ, ਮੱਥੇ ਜੋ ਲਿਖਿਆਸ, ਜੋ ਕੁਝ ਵੀ ਕਰਦਾ ਹੈ ਪਰਮੇਸ਼ਰ ਇਹਦੇ ਮੱਥੇ ਤੇ ਲਿਖ ਦਿੰਦਾ, ਇਹਦੀ ਪ੍ਰਾਲਬਧ ਬਣਾ ਦਿੰਦਾ ਹੈ। ਰੈਣ ਵਿਹਾਣੀ ਪਛੋਤਾਣੀ, ਉਠ ਚਲੀ ਗਈ ਨਿਰਾਸ। ਜ਼ਿੰਦਗੀ ਦੀ ਰਾਤ ਲੰਘ ਗਈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਬਚਪਨ ਖੇਡਾਂ ਵਿੱਚ ਲੰਘ ਗਿਆ, ਜਵਾਨੀ ਦੀ ਅਵਸਥਾ ਮਾਇਆ ਕਮਾਣ ਵਿੱਚ ਬਤੀਤ ਹੋ ਗਈ, ਅਖੀਰ ਵਡੇਪਾ ਆ ਗਿਆ। ਹੁਣ ਕੁਝ ਵੈਸੇ ਨਹੀਂ ਹੁੰਦਾ, ਅੱਖਾਂ 'ਚੋਂ ਪਾਣੀ ਵਗਦਾ ਹੈ, ਸਰੀਰਕ ਕਿਰਿਆ ਨਹੀਂ ਕੀਤੀ ਜਾਂਦੀ, ਹੁਣ ਨਾਮ ਕਿੱਥੋਂ ਜਪਣਾ। ਮਹਾਰਾਜ ਕਹਿੰਦੇ, ਜੀਵਨ ਦੀ ਜਿਹੜੀ ਰਾਤ ਹੈ ਇਸੇ ਤਰ੍ਹਾਂ ਹੀ ਇਹਨੇ ਵਿਸ਼ੇ ਵਿਕਾਰਾਂ ਵਿੱਚ, ਖਾਣ ਪੀਣ ਵਿੱਚ ਲੱਗ ਕੇ ਬਤੀਤ ਕਰ ਦਿੱਤੀ ਹੈ। ਅਖੀਰ ਜਦੋਂ ਅੰਤ ਸਮਾਂ ਆਣ ਪਹੁੰਚਿਆ, ਫਿਰ ਹੁਣ ਪਛਤਾਉਂਦਾ ਹੈ, ਕਿਉਂਕਿ ਕਰਨੋ ਹੋਤੋ ਸੋ ਨਾ ਕੀਓ। ਜੋ ਕਰਨਾ ਸੀ ਉਹ ਅਜ ਤਾਈਂ ਨਹੀਂ ਕੀਤਾ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੋ ਕਰਨਾ ਸੀ ਨਹੀਂ ਕੀਤਾ, ਸਾਰੀ ਜ਼ਿੰਦਗੀ ਲੋਭ ਦੀ ਫਾਈ ਵਿੱਚ ਫਸਿਆ ਰਿਹਾ। ਹੁਣ ਜੀਵਨ ਦਾ ਸਮਾਂ ਲੰਘ ਗਿਆ, ਰਾਤ ਬਤੀਤ ਹੋ ਗਈ, ਮੌਤ ਦਾ ਸੂਰਜ ਚੜ ਗਿਆ, ਹੁਣ ਕਿਉਂ ਰੋਂਦਾ ਹੈ? ਕਸੂਰ ਕਿਸੇ ਦਾ ਨਹੀਂ, ਤੇਰਾ ਆਪਣਾ ਹੀ ਕਸੂਰ ਹੈ, ਕਿਉਂਕਿ ਸਮੇਂ ਦੀ ਸੰਭਾਲਣਾ ਤੂੰ ਨਹੀਂ ਕੀਤੀ। ਜਿਹੜੇ ਇਨਸਾਨ ਸਮੇਂ ਦੀ ਕਦਰ ਨਹੀਂ ਕਰਦੇ, ਉਹਨਾਂ ਦੀ ਕਦਰ ਕਦੇ ਵੀ ਨਹੀਂ ਹੁੰਦੀ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ, ਜੀਵਨ ਦੀ ਰਾਤ ਬਤੀਤ ਹੋ ਗਈ, ਜਦੋਂ ਮੌਤ ਦਾ ਸੂਰਜ ਚੜਿਆ ਤੇ ਫਿਰ ਜੀਵ ਪਛਤਾਉਂਦਾ ਹੈ। ਉਠ ਚਲੀ ਗਈ ਨਿਰਾਸ।
ਇਹ ਜੀਵ ਰੂਪੀ ਇਸਤਰੀ ਸੰਸਾਰ ਤੋਂ ਨਿਰਾਸ਼ ਹੋ ਕੇ ਉੱਠ ਕੇ ਚਲੀ ਗਈ ਹੈ। ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਪੂਰਨ ਸਾਧੂ ਦੀ ਪ੍ਰਾਪਤੀ ਹੋ ਜਾਏ, ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਏ, ਸਤਿਗੁਰਾਂ ਦੀ ਸੰਗਤ ਦੀ ਪ੍ਰਾਪਤੀ ਕਰਕੇ ਫਿਰ ਇਹ ਜੀਵ ਦਰਗਾਹ ਵਿੱਚ ਖਲਾਸ ਹੋ ਜਾਂਦਾ ਹੈ, ਭਾਵ ਛੁੱਟ ਜਾਂਦਾ ਹੈ। ਸਤਿਗੁਰੂ ਰਹਿਮਤ ਕਰਕੇ ਹਰ ਦਰਗਹਿ ਕਾ ਬਸੀਠ, ਦਰਗਾਹ ਵਿੱਚ ਇਸ ਜੀਵ ਦੇ ਗਵਾਹ ਬਣਦੇ, ਵਕੀਲ ਬਣਦੇ ਨੇ ਤੇ ਧਰਮ ਰਾਜ ਦੇ ਕੋਲੋਂ ਇਸ ਜੀਵ ਨੂੰ ਸਤਿਗੁਰੂ ਛੁਡਾ ਲੈਂਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ, ਮੇਰੇ ਹਿਰਦੇ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ। ਮੈਂ ਰੋਜ਼ ਤੇਰੇ ਕੋਲ ਆਉਣਾ ਪਦਾਰਥ ਮੰਗਣ ਵਾਸਤੇ, ਦੇ ਰੋਗਤਾ ਮੰਗਣ ਵਾਸਤੇ, ਸ਼ੋਭਾ ਮੰਗਣ ਵਾਸਤੇ, ਬੜਾ ਕੁਝ ਲੈਣ ਲਈ ਤੇਰੇ ਚਰਨਾਂ ਵਿੱਚ ਆਉਣਾ, ਪਰ ਤੇਰੇ ਦਰਸ਼ਨ ਕਰਨ ਨਹੀਂ ਆਉਂਦਾ। ਇਤਨੀ ਕੁ ਰਹਿਮਤ ਕਰ ਦਿਓ ਮਹਾਰਾਜ, ਤੁਹਾਡੇ ਦਰਸ਼ਨਾਂ ਦੀ ਪਿਆਸ ਮੇਰੇ ਹਿਰਦੇ ਵਿੱਚ ਪੈਦਾ ਹੋ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੀਏ, ਨਾਲ ਵਿਚਾਰੀਏ ਜ਼ਰੂਰ ਕੀ ਕਹਿੰਦੇ ਨੇ। ਕਥਾ ਇਸੇ ਵਾਸਤੇ ਹੀ ਸੁਣਨੀ ਪੈਂਦੀ ਵੀ ਗੁਰੂ ਕਹਿੰਦਾ ਕੀ ਸਾਨੂੰ। ਪਾਤਸ਼ਾਹ ਕਹਿੰਦੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੈ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਅਖੀਰ ਚ ਕੀ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ। ਹਰ ਕੋਈ ਮੰਗਣ ਵਾਸਤੇ ਆ ਰਿਹਾ, ਗੁਰੂ ਕੋਲੋਂ ਵੀ ਦਾਤਾ ਹੈ, ਪਰ ਗੁਰੂ ਦੇ ਦਰਸ਼ਨਾਂ ਦੀ ਪਿਆਸ ਉਹ ਕਿਸੇ ਵਿਰਲੇ ਵਿਰਲੇ ਅੰਦਰ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਜਨ ਨੂੰ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਹੈ, ਮੈਂ ਉਹਨਾਂ ਤੋਂ ਬਲ ਬਲ ਜਾਂਦਾ, ਬਲਿਹਾਰ ਜਾਂਦਾ, ਜਿਹੜੇ ਤੇਰੇ ਦਰਸ਼ਨਾਂ ਦੀ ਪਿਆਸ ਰੱਖ ਤੇਰੇ ਦਰ ਤੇ ਆ ਗਏ ਨੇ। ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨਾਂ ਦੀ ਪਿਆਸ ਸਾਡੇ ਹਿਰਦੇ ਅੰਦਰ ਪੈਦਾ ਹੋ ਜਾਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। हे ਪ੍ਰਭੂ ਜੀ, ਤੇਰੇ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਜੋ ਮੇਰੇ ਅੰਦਰ ਦੀ ਪਿਆਸ ਬੁਝਾ ਸਕੇ। ਜਿਹਨੂੰ ਪਿਆਸ ਨਾਮ ਦੀ, ਉਹਦੇ ਦੀਦਾਰ ਦੀ ਹੈ, ਉਹਦੇ ਮੂਹਰੇ ਲਿਆ ਕੇ ਦੁਨੀਆ ਦੀ ਦੌਲਤ ਰੱਖ ਦੇ, ਉਹਨੂੰ ਨਹੀਂ ਭਾਉਂਦੀ, ਨਹੀਂ ਚੰਗੀ ਲੱਗਦੀ। ਤੇਰੇ ਤੋਂ ਬਿਨਾ ਹੋਰ ਕੋਈ ਦੂਸਰਾ ਨਹੀਂ ਜਿਹੜਾ ਮੇਰੇ ਅੰਦਰ ਦੀ ਆਸ ਪੂਰੀ ਕਰ ਸਕੇ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਕੀ ਅਰਦਾਸ, ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਹੈ। ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਤੁਹਾਡੇ ਦੀਦਾਰ ਦਰਸ਼ਨ ਦੀ ਪਿਆਸ ਪੈਦਾ ਹੋ ਜਾਵੇ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਇਹ ਜਿਹੜਾ ਆਸਾੜ ਕਹੀਏ, ਹਾੜ ਦਾ ਮਹੀਨਾ, ਉਹਨਾਂ ਨੂੰ ਸ਼ੋਭਨੀਕ ਲੱਗਦਾ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਹਰੀ ਦੇ ਚਰਨਾਂ ਦਾ ਨਿਵਾਸ ਹੈ। ਸੰਸਾਰ ਵਿੱਚ ਦੋ ਹੀ ਵੱਡੀਆਂ ਰੁੱਤਾਂ ਨੇ, ਸਰਦ ਰੁੱਤ ਤੇ ਗਰੀਖਮ ਰੁੱਤ, ਗਰਮੀ ਦੀ ਰੁੱਤ। ਰੁੱਤਾਂ ਤੇ 6 ਨੇ, ਭਾਵੇਂ ਕਈ 4 ਗਿਣਦੇ, ਪਰ 6 ਰੁੱਤਾਂ ਨੇ ਅਸਲ ਦੇ ਵਿੱਚ। ਇਹ ਜੋ 6 ਰੁੱਤਾਂ ਆਉਂਦੀਆਂ ਨੇ, ਇਹਨਾਂ ਵਿੱਚ 2 ਵੱਡੀਆਂ ਰੁੱਤਾਂ ਨੇ, ਗਰਮੀ ਤੇ ਸਰਦੀ। ਜਦੋਂ ਸਿੱਖ ਇਤਿਹਾਸ ਦੀ ਪੜਚੋਲ ਕਰੀਏ ਤੇ ਜਦੋਂ ਸਰਦ ਰੁੱਤ ਆਉਂਦੀ ਹੈ, ਸਰਦ ਰੁੱਤ ਵਿੱਚ ਵੀ ਬੜੇ ਕਹਿਰ ਮਚੇ ਸਿੱਖ ਕੌਮ ਦੇ ਉੱਤੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸਰਸਾ ਤੇ ਖੇਰੂ ਹੋਇਆ, ਪੋਹ ਦੇ ਮਹੀਨੇ ਅੰਦਰ, ਜਦੋਂ ਗੱਲ ਜੇਠ ਹਾੜ ਦੀ ਚੱਲਦੀ ਹੈ, ਇਸ ਮਹੀਨੇ ਵਿੱਚ ਵੀ ਕੌਮ ਨੇ ਬੜਾ ਸੰਤਾਪ ਹੰਡਾਇਆ ਹੈ। ਮਹਾਰਾਣੀ ਚੰਦ ਕੌਰ ਕੰਵਰ ਨੌ ਨਿਹਾਲ ਸਿੰਘ ਦੀ ਮਾਤਾ, ਉਹਨਾਂ ਨੂੰ ਕੋਹ ਕੇ ਮਾਰਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਕਰੀਬਨ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਮਾਰਿਆ ਗਿਆ। 84 ਦਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ। ਇਹਨੂੰ ਆਪਾਂ ਬਲੂ ਸਟਾਰ ਕਹਿ ਦਿੰਦੇ ਆ, ਤਾਂ ਸਰਕਾਰ ਦਾ ਦਿੱਤਾ ਹੋਇਆ ਨਾਮ ਹੈ, ਸਾਡਾ ਨਹੀਂ। ਅਸਲ ਦੇ ਅੰਦਰ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਜਿਹੜੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ।
ਜਿਹਦੇ ਵਿੱਚ ਵੱਡੀਆਂ ਦੋ ਪਾਰਟੀਆਂ ਦੇ ਨੁਮਾਇੰਦੇ ਜੁੜੇ ਹੋਏ ਸਨ, ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਦਰਬਾਰ ਸਾਹਿਬ ਤੇ ਹਮਲਾ ਕਰੋ। ਔਰ ਉਸ ਸਮੇਂ ਦੇ ਅੰਦਰ ਜੇਠ ਹਾੜ ਦੇ ਮਹੀਨੇ ਵਿੱਚ ਸਿੱਖਾਂ ਨੇ ਸੰਤਾਪ ਹੰਢਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆਪਾਂ ਕੱਲ ਮਨਾਇਆ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਦੀ ਸ਼ਹਾਦਤ ਵੀ ਇਸੇ ਹੀ ਮਹੀਨੇ ਦੇ ਵਿੱਚ ਹੋਈ ਹੈ। ਪਰ ਜਦੋਂ ਇਤਿਹਾਸ ਨੂੰ ਪੜ੍ਹੀਏ, ਇੱਕ ਪਾਸੇ ਸ਼ਹਾਦਤਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਜਜ਼ਬਾ ਬੜਾ ਭਾਰੀ ਸੀਗਾ ਅੰਦਰ ਦਾ, ਬੜਾ ਭਾਰੀ ਜਜ਼ਬਾ, ਅੰਦਰ ਦੀ ਦ੍ਰਿੜਤਾ ਬੜੀ ਸੀ। ਚਾਹੇ ਪੋਹ ਦਾ ਮਹੀਨਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਦੇ ਕੰਢੇ ਤੇ ਬੈਠ ਕੇ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ। ਪਰਿਵਾਰ ਖੇਰੂ ਖੇਰੂ ਹੋ ਗਿਆ। ਇੱਕ ਪਾਸੇ ਪਾਲਾ ਕੱਕਰ ਬਰਫ਼ ਵਰਸਦੀ ਹੈ, ਪਰ ਅੰਦਰ ਪਿਆਰੇ ਦੀ ਯਾਦ ਹੈ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਕਿਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਸ਼ਬਦ ਗਾਉਂਦੇ ਨੇ ਤੇ ਕਿਤੇ ਜੇਠ ਤੇ ਹਾੜ ਦੇ ਮਹੀਨੇ ਦੀ ਤਪਸ਼ ਪੈਂਦੀ ਹੈ ਤੇ ਉੱਥੇ ਕਹਿੰਦੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਅਵਸਥਾ ਕਿਹਨਾਂ ਦੀ ਹੈ? ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਅੰਦਰ ਹਰੀ ਦੇ ਚਰਨਾਂ ਦੇ ਨਿਵਾਸ ਹੁੰਦਾ। ਬਾਹਰ ਦੀ ਤਪਸ਼, ਬਾਹਰ ਦੀ ਠੰਡ ਸਾਨੂੰ ਤੰਗ ਕਰਦੀ ਹੋਵੇਗੀ, ਪਰ ਜਿਨ੍ਹਾਂ ਦੇ ਅੰਦਰ ਹਰੀ ਦਾ ਨਾਮ ਵਸਦਾ ਹੈ, ਬਾਹਰ ਦਾ ਮਾਹੌਲ ਉਹਨਾਂ ਦੇ ਮਨ ਨੂੰ ਕਦੇ ਡਗਾ ਨਹੀਂ ਸਕਦਾ। ਅੰਦਰੋਂ ਵੀ ਦ੍ਰਿੜ ਹੁੰਦੇ ਨੇ। ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਸਤਿਗੁਰੂ ਕਿਰਪਾ ਕਰਨ ਜੀ। ਇਹ ਜੋ ਹਾੜ ਦਾ ਮਹੀਨਾ ਚੜ੍ਹਿਆ, ਇਹੀ ਅਰਦਾਸ ਹੈ ਪਾਤਸ਼ਾਹ ਦੇ ਚਰਨਾਂ ਵਿੱਚ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਸਤ ਸੰਗਤ ਕਰਦਿਆਂ, ਮਹਾਰਾਜ ਇਹ ਸਮਾਂ ਸਾਡਾ ਬਤੀਤ ਕਰਨ ਸਭਨਾਂ ਨੂੰ ਚੜ੍ਹਦੀ ਕਲਾ, ਨਾਮਦਾਨ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਇੱਕ ਛੋਟੀ ਜੀ ਬੇਨਤੀ ਹੈ। ਇੱਕ ਬੀਬੀ ਜੀ ਜੋ ਅਨੰਦਪੁਰ ਸਾਹਿਬ ਤੋਂ ਆਏ ਨੇ, ਬਿਮਾਰ ਵੀ ਨੇ ਤੇ ਸੰਤਾਨ ਵੀ ਉਹਨਾਂ ਦੀ ਕੋਈ ਨਹੀਂ ਜੇ, ਤੇ ਬੇਨਤੀ ਆ ਉਹ ਕੱਲ ਤੋਂ ਇੱਥੇ ਹੀ ਨੇ, ਤੇ ਜੇਕਰ ਕੋਈ ਉਹਨਾਂ ਦੀ ਮਦਦ ਕਰ ਸਕਦਾ, ਜ਼ਰੂਰਤਮੰਦ ਨੇ, ਬੇਨਤੀ ਹੈ ਵੀ ਉਹਨਾਂ ਦੀ ਮਦਦ ਆਪ ਜੀ ਜ਼ਰੂਰ ਕਰੋ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣਗੇ। ਲੋੜਵੰਦ ਦੀ ਮਦਦ ਕਰਨੀ ਖਾਲਸੇ ਦਾ ਧਰਮ ਫਰਜ਼ ਹੈ। ਜਿਹੜਾ ਜਿਤਨੀ ਕੁ ਯਥਾਯੋਗ ਸ਼ਕਤੀ ਅਨੁਸਾਰ ਮਦਦ ਕਰ ਸਕਦਾ ਜ਼ਰੂਰ ਕਰਿਓ। ਇਹ ਬੇਨਤੀ ਪ੍ਰਵਾਨ ਕਰਨੀ। ਹਾਂਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆषाढ़ सोहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह।